ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਕਰਾਂਗੇ ਜੀਵਨੀ ਅਣਥੱਕ ਵਿਗਿਆਨੀ ਡਾਕਟਰ ਅਬਦੁਲ ਕਲਾਮ, ਜੋ ਕਿ ਤੁਹਾਡੀ ਕਿਤਾਬ ਸਾਹਿਤਕ ਰੰਗ ਭਾਗ 2 ਦੇ ਵਿੱਚ ਦਰਜ ਹੈ ਤੇ ਲੇਖਕ ਡਾਕਟਰ ਪ੍ਰਿਥਵੀਰਾਜ ਥਾਪਰ ਦਾ ਲੇਖ ਲਿਖਿਆ ਹੋਇਆ ਹੈ। ਇਸ ਜੀਵਨੀ ਦੇ ਰਾਹੀਂ ਸਾਨੂੰ ਡਾਕਟਰ APJ ਅਬਦੁਲ ਕਲਾਮ, ਜੋ ਕਿ ਭਾਰਤ ਦੇ ਸਾਬਕਾ ਰਾਸ਼ਟਰਪਤੀ ਵੀ ਸਨ, ਉਹਨਾਂ ਦੇ ਜੀਵਨ ਦੇ ਬਾਰੇ ਪਤਾ ਚੱਲਦਾ ਹੈ। ਦੇਸ਼ ਦੀ ਤਰੱਕੀ ਦਾ ਜਜ਼ਬਾ ਉਹਨਾਂ ਦੇ ਅੰਦਰ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਸੋ ਜਿਸ ਵੀ ਖੇਤਰ ਦੇ ਵਿੱਚ ਉਹਨਾਂ ਨੇ ਕਾਰਜ ਕੀਤੇ, ਉੱਥੇ ਉਹਨਾਂ ਨੇ ਆਪਣਾ ਲੋਹਾ ਮਨਵਾਇਆ। ਗੈਰ ਸਿਆਸਤਦਾਨ ਹੋਣ ਦੇ ਬਾਵਜੂਦ ਉਹਨਾਂ ਨੇ ਆਪਣੀ ਸਾਰੀ ਜ਼ਿੰਮੇਵਾਰੀ ਬੜੀ ਬਖੂਬੀ ਨਿਭਾਈ। ਦੇਸ਼ ਦੇ ਵਿੱਚ ਕਈ ਮੁਹਿੰਮਾਂ ਚਲਾਈਆਂ ਤੇ ਦੇਸ਼ ਨੂੰ ਤਰੱਕੀ ਦਾ ਰਾਹ ਵੀ ਦਿਖਾਇਆ। ਸੋ ਇਸ ਦੇ ਲਈ ਉਹਨਾਂ ਨੇ ਵਿਗਿਆਨ ਤੇ ਸੂਚਨਾ ਤਕਨੋਲੋਜੀ ਨੂੰ ਬੜੀ ਪ੍ਰਮੁੱਖਤਾ ਦਿੱਤੀ ਸੀ। ਡਾਕਟਰ ਕਲਾਮ, ਜੋ ਕਿ ਬਹੁਤ ਹੀ ਸਾਦੀ ਰਹਿਣੀ ਬਹਿਣੀ ਦੇ ਮਾਲਕ ਸਨ, ਉਹਨਾਂ ਨੇ ਧਾਰਮਿਕ ਏਕਤਾ ਨੂੰ ਬਰਕਰਾਰ ਰੱਖਣ ਦਾ ਪਾਠ ਵੀ ਸਾਡੇ ਦੇਸ਼ ਦੇ ਲੋਕਾਂ ਨੂੰ ਪੜ੍ਹਾਇਆ। ਇਹ ਕਿਹਾ ਜਾਂਦਾ ਹੈ ਕਿ ਆਪਣੀ ਮੌਤ ਦੇ ਸਮੇਂ ਵੀ ਉਹ ਕਾਰਜਸ਼ੀਲ ਸਨ, ਭਾਵ ਉਹਨਾਂ ਦੀ ਮੌਤ ਜਿਹੜੀ ਉਹ ਇੱਕ ਭਾਸ਼ਣ ਦੇ ਦੌਰਾਨ ਦਿਲ ਦੇ ਦੌਰੇ ਕਰਕੇ ਹੋਈ ਸੀ। ਉਹਨਾਂ ਦੇ ਜੀਵਨ ਦੀ ਆਖਰੀ ਘਟਨਾ ਵੀ ਕੰਮ ਹੀ ਪੂਜਾ ਦੇ ਸਿਧਾਂਤ ਨੂੰ ਹੋਰ ਪੱਕਾ ਕਰਦੀ ਹੈ, ਦ੍ਰਿੜ ਕਰਦੀ ਹੈ। ਸੋ ਆਓ ਆਪਾਂ ਜੀਵਨੀ ਸ਼ੁਰੂਆਤ ਕਰਦੇ ਹਾਂ ਕਿ ਲੇਖਕ ਨੇ ਉਹਨਾਂ ਦੇ ਜਨਮ ਤੋਂ ਲੈ ਕੇ ਅਖੀਰ ਤੱਕ ਉਹਨਾਂ ਦੇ ਜੀਵਨ ਬਾਰੇ ਜਿਹੜੇ ਕੁਝ ਖਾਸ ਪੱਖ ਨੇ ਇਸ ਜੀਵਨੀ ਦੇ ਰਾਹੀਂ ਸਾਂਝੇ ਕੀਤੇ ਨੇ। ਲੇਖਕ ਨੇ ਸ਼ੁਰੂਆਤ ਕੀਤੀ ਹੈ ਡਾਕਟਰ ਅਬਦੁਲ ਕਲਾਮ ਦੇ ਕਹੇ ਹੋਏ ਸ਼ਬਦਾਂ ਦੇ ਨਾਲ ਕਿ ਮੇਰੇ ਮਰਨ ਉਪਰੰਤ ਛੁੱਟੀ ਦਾ ਐਲਾਨ ਨਾ ਕਰਨਾ। ਜੇਕਰ ਤੁਸੀਂ ਮੈਨੂੰ ਸੱਚਮੁੱਚ ਪਿਆਰ ਕਰਦੇ ਹੋ ਤਾਂ ਉਸ ਦਿਨ ਵੱਧ ਤੋਂ ਵੱਧ ਕੰਮ ਕਰਨਾ। ਇਹ ਸ਼ਬਦ ਸਨ ਡਾਕਟਰ APJ ਅਬਦੁਲ ਕਲਾਮ ਦੇ, ਜੋ ਕਿ ਹਰ ਵੇਲੇ ਕੰਮ ਨੂੰ ਹੀ ਮਹੱਤਤਾ ਦਿੰਦੇ ਸਨ ਕਿ ਕੰਮ ਹੀ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਪੂਜਾ ਹੈ। ਅਤੇ ਉਹਨਾਂ ਨੇ ਆਪਣੇ ਇਹ ਐਲਾਨ ਕਰ ਦਿੱਤਾ ਸੀ ਕਿ ਜਿਸ ਦਿਨ ਉਹਨਾਂ ਦੀ ਮੌਤ ਹੋਏਗੀ, ਉਸ ਦਿਨ ਛੁੱਟੀ ਨਹੀਂ ਕੀਤੀ ਜਾਵੇ, ਸਗੋਂ ਵੱਧ ਤੋਂ ਵੱਧ ਕੰਮ ਵੱਲ ਧਿਆਨ ਜਿਹੜਾ ਸੀ ਲਗਾਇਆ ਜਾਵੇ। ਡਾਕਟਰ ਕਲਾਮ ਦਾ ਜਨਮ ਭਾਰਤ ਦੇ ਤਾਮਿਲਨਾਡੂ ਸੂਬੇ ਦੇ ਰਾਮੇਸ਼ਵਰ ਨਾਂ ਦੇ ਸਥਾਨ ਧਨੁਸ਼ਕੋਡੀ ਵਿਖੇ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ। ਤਾਮਿਲਨਾਡੂ ਸੂਬਾ ਪ੍ਰਾਂਤ, ਜਿੱਥੇ ਜਗ੍ਹਾ ਦਾ ਨਾਮ ਹੈ ਰਾਮੇਸ਼ਵਰਮ, ਅਤੇ ਉੱਥੇ ਧਨੁਸ਼ਕੋਡੀ ਨਾਂ ਦੇ ਇੱਕ ਸਥਾਨ 'ਤੇ ਹੋਇਆ। ਮੁਸਲਿਮ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸਨ। ਪਿਤਾ ਦਾ ਨਾਮ ਜੁਨੈਲਾਬੁਦੀਨ ਅਤੇ ਮਾਂ ਦਾ ਨਾਮ ਆਸ਼ੀਆਮਾ ਸੀ। ਉਹ ਇੱਕ ਸਧਾਰਨ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸਨ। ਕਲਾਮ ਘਰ ਦੇ ਵਿੱਚ 4 ਭਰਾਵਾਂ ਅਤੇ 1 ਭੈਣ ਤੋਂ ਛੋਟੇ ਸਨ। ਉਹਨਾਂ ਦੇ ਵੱਡੇ ਵਡੇਰੇ ਕਿਸ਼ਤੀਆਂ ਦਾ ਵਪਾਰ ਕਰਦੇ ਸਨ, ਪਰ ਕੁਝ ਕਾਰਨਾਂ ਕਰਕੇ ਵਪਾਰ ਦੇ ਵਿੱਚ ਘਾਟਾ ਪੈ ਗਿਆ ਅਤੇ ਉਹਨਾਂ ਦਾ ਪਰਿਵਾਰ ਜਿਹੜਾ ਸੀ ਆਰਥਿਕ ਤੌਰ 'ਤੇ ਮੰਦਹਾਲੀ ਦਾ ਸ਼ਿਕਾਰ ਹੋ ਗਿਆ। ਸੋ ਇਸ ਮੰਦਹਾਲੀ ਤੋਂ ਉਭਰਨ ਲਈ ਅਬਦੁਲ ਕਲਾਮ ਨੂੰ ਬਚਪਨ ਦੇ ਵਿੱਚ ਹੀ ਅਖਬਾਰਾਂ ਵੇਚਣੀਆਂ ਪਈਆਂ ਅਤੇ ਘਰ ਵਾਲਿਆਂ ਦੀ ਮਦਦ ਕਰਨੀ ਪਈ। ਸਕੂਲ ਜਾਣਾ ਸ਼ੁਰੂ ਕੀਤਾ। ਪੜ੍ਹਾਈ ਦੇ ਵਿੱਚ ਬਹੁਤ ਹੀ ਮਿਹਨਤੀ ਸਨ। ਹਰ ਵੇਲੇ ਕੁਝ ਨਵਾਂ ਸਿੱਖਣ ਦੀ ਇੱਛਾ ਰੱਖਦੇ ਸਨ। ਉਹਨਾਂ ਨੂੰ ਅੰਕ ਗਣਿਤ ਦੇ ਵਿਸ਼ੇ ਦੇ ਵਿੱਚ ਖਾਸ ਰੁਚੀ ਸੀ। ਹਿਸਾਬ ਦੇ ਵਿੱਚ ਉਹ ਖਾਸ ਰੁਚੀ ਦਿਖਾਉਂਦੇ ਸਨ। ਰਾਮਾਨਾਥਪੁਰਮ ਤੋਂ ਉਹਨਾਂ ਨੇ 10ਵੀਂ ਪਾਸ ਕੀਤੀ ਅਤੇ ਤਰਿਚੁਰਾਪੱਲੀ ਤਾਮਿਲਨਾਡੂ ਸੇਂਟ ਜੋਸਫ ਕਾਲਜ ਤੋਂ ਭੌਤਿਕ ਵਿਗਿਆਨ ਫਿਜ਼ਿਕਸ ਦੇ ਵਿੱਚ ਉਹਨਾਂ ਨੇ ਫਿਰ BA ਪਾਸ ਕੀਤੀ। ਵਿੱਦਿਅਕ ਜੀਵਨ ਉਹਨਾਂ ਦਾ ਬਹੁਤ ਹੀ ਸੰਘਰਸ਼ਪੂਰਨ ਸੀਗਾ। ਉਸ ਤੋਂ ਬਾਅਦ ਵਿਗਿਆਨੀ ਦੇ ਵਜੋਂ ਡਾਕਟਰ ਕਲਾਮ ਦਾ ਜੀਵਨ ਜਦੋਂ ਸ਼ੁਰੂ ਹੋਇਆ ਤਾਂ ਸੰਨ 1955 ਵਿੱਚ ਆਪ ਪੁਲਾੜ ਦੇ ਸੰਬੰਧੀ ਸਿੱਖਿਆ ਲੈਣ ਲਈ ਮਦਰਾਸ, ਜਿਸ ਨੂੰ ਕਿ ਚੇਨਈ ਬੋਲਿਆ ਜਾਂਦਾ ਹੈ, ਇੰਸਟੀਚਿਊਟ ਆਫ ਟੈਕਨੋਲੋਜੀ ਦੇ ਵਿੱਚ ਦਾਖਲ ਹੋ ਗਏ। ਉੱਥੇ ਹਵਾਈ ਫੌਜ ਦੇ ਜੰਗੀ ਪਾਇਲਟ ਦਾ ਜਹਾਜ਼ ਦਾ ਪਾਇਲਟ ਬਣਨ ਦਾ ਉਹਨਾਂ ਨੇ ਸੁਪਨਾ ਲਿਆ ਸੀ
ਪਰ ਉਹ ਇਸ ਸੁਪਨੇ ਨੂੰ ਪੂਰਾ ਨਹੀਂ ਸੀ ਕਰ ਸਕੇ। 1960 ਦੇ ਵਿੱਚ ਡਾਕਟਰ ਅਬਦੁਲ ਕਲਾਮ ਬਤੌਰ ਵਿਗਿਆਨੀ, ਬਤੌਰ ਮਤਲਬ ਵਿਗਿਆਨੀ ਦੇ ਅਹੁਦੇ 'ਤੇ ਰੱਖਿਆ ਖੋਜ ਤੇ ਵਿਕਾਸ ਸੰਸਥਾ, ਜਿਸ ਨੂੰ DRDO ਵੀ ਕਿਹਾ ਜਾਂਦਾ ਹੈ, ਵਿੱਚ ਸ਼ਾਮਿਲ ਹੋਏ। ਤੇ ਇੱਥੇ ਰਹਿ ਕੇ ਉਹਨਾਂ ਨੇ ਇੱਕ ਹੋਵਰਕ੍ਰਾਫਟ, ਇੱਕ ਛੋਟਾ ਜਹਾਜ਼ ਜਿਸ ਨੂੰ ਕਿਹਾ ਜਾਂਦਾ ਹੈ ਹੋਵਰਕ੍ਰਾਫਟ, ਜੋ ਕਿ ਪਾਣੀ ਜਾਂ ਜ਼ਮੀਨ ਦੇ ਨੇੜੇ ਉੱਡ ਸਕਣ ਵਾਲਾ ਜਹਾਜ਼ ਸੀ, ਉਸ ਦਾ ਨਿਰਮਾਣ ਕੀਤਾ ਤੇ ਆਪਣੇ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਕੀਤੀ। ਪਰ ਉਹ ਆਪਣੀ ਇਸ ਨੌਕਰੀ ਤੋਂ ਸੰਤੁਸ਼ਟ ਨਹੀਂ ਸਨ ਤੇ ਵਾਪਸ ਇਸਰੋ ਚਲੇ ਗਏ। ਉੱਥੇ ਉਹਨਾਂ ਨੇ ਭਾਰਤੀ ਲਾਂਚ ਵਹੀਕਲ SLV 111 ਦੇ ਪ੍ਰੋਜੈਕਟ ਡਾਇਰੈਕਟਰ ਦੇ ਤੌਰ 'ਤੇ ਨਿਯੁਕਤ ਹੋ ਕੇ ਆਪਣੀ ਸੇਵਾ ਨਿਭਾਈ। ਫਿਰ 1982 ਦੇ ਵਿੱਚ ਡਾਕਟਰ ਅਬਦੁਲ ਕਲਾਮ ਬਤੌਰ ਡਾਇਰੈਕਟਰ DRDO ਦੇ ਵਿੱਚ ਵਾਪਸ ਆ ਗਏ ਤੇ ਇੱਥੇ ਰਹਿ ਕੇ ਉਹਨਾਂ ਨੇ ਮਿਜ਼ਾਈਲ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। 1992 ਦੇ ਵਿੱਚ ਉਹ ਭਾਰਤੀ ਰੱਖਿਆ ਮੰਤਰੀ ਦੇ ਸੀਨੀਅਰ ਵਿਗਿਆਨਕ ਸਲਾਹਕਾਰ ਬਣ ਗਏ, ਜਿਸ ਦੇ ਸਿੱਟੇ ਵਜੋਂ ਉਹਨਾਂ ਨੇ ਕਈ ਮੁਹਿੰਮਾਂ ਦੀ ਸ਼ੁਰੂਆਤ ਕੀਤੀ। ਮਈ 1998 ਦੀਆਂ ਪੋਖਰਣ 2 ਦੀਆਂ ਪਰਖਾਂ, ਜਿਸ ਦੇ ਵਿੱਚ 5 ਪਰਮਾਣੂ ਯੰਤਰਾਂ ਦਾ ਵਿਸਫੋਟ ਕੀਤਾ ਗਿਆ ਸੀ, ਉਹਦੇ ਵਿੱਚ ਡਾਕਟਰ ਕਲਾਮ ਨੇ ਮੁੱਖ ਭੂਮਿਕਾ ਨਿਭਾਈ ਸੀ। ਪਰ ਇਹਨਾਂ ਪਰਖਾਂ ਦਾ ਦੁਨੀਆ ਦੀਆਂ ਹੋਰ ਤਾਕਤਵਰ ਦੇਸ਼ਾਂ ਨੇ ਬਹੁਤ ਵਿਰੋਧ ਕੀਤਾ ਸੀ, ਪਰ ਫਿਰ ਵੀ ਇਸ ਦੇ ਬਾਵਜੂਦ ਦੇਸ਼ ਦੀ ਰੱਖਿਆ ਦੇ ਖੇਤਰ ਦੇ ਵਿੱਚ ਕਲਾਮ ਇੱਕ ਰਾਸ਼ਟਰੀ ਹੀਰੋ ਦੇ ਰੂਪ ਦੇ ਵਿੱਚ ਸਭ ਦੇ ਸਾਹਮਣੇ ਸਨ। ਵਿਗਿਆਨ ਦੇ ਖੇਤਰ ਦੇ ਵਿੱਚ ਰੁਚੀ ਦਿਖਾਉਂਦਿਆਂ ਹੋਇਆਂ ਡਾਕਟਰ ਕਲਾਮ ਨੂੰ ਬਹੁਤ ਖੂਬ ਪ੍ਰਸਿੱਧੀ ਸਨਮਾਨ ਹਾਸਲ ਹੋਏ। ਸੰਨ 2002 ਦੇ ਵਿੱਚ ਰਾਸ਼ਟਰੀ ਸੱਤਾਧਾਰੀ ਲੋਕ ਰਾਜੀ ਗੱਠਜੋੜ ਦੀ ਮਦਦ ਦੇ ਨਾਲ APJ ਅਬਦੁਲ ਕਲਾਮ ਭਾਰਤ ਦੇ 11ਵੇਂ ਰਾਸ਼ਟਰਪਤੀ ਬਣ ਗਏ। NDA ਪਾਰਟੀ, ਰਾਜਨੀਤਿਕ ਪਾਰਟੀ ਦੇ ਗੱਠਜੋੜ ਦੀ ਮਦਦ ਦੇ ਨਾਲ ਉਹ ਭਾਰਤ ਦੇ 11ਵੇਂ ਰਾਸ਼ਟਰਪਤੀ ਬਣੇ ਸੰਨ 2002 ਦੇ ਵਿੱਚ। ਇੱਥੇ ਰਹਿ ਕੇ ਉਹਨਾਂ ਨੇ ਬਹੁਤ ਹੀ ਪ੍ਰਸਿੱਧੀ ਪ੍ਰਾਪਤ ਕੀਤੀ। ਉਹ ਸੁਭਾਅ ਦੇ ਪੱਖੋਂ ਬੜੇ ਮਿਲਣਸਾਰ ਸਨ। ਲੇਖਕ ਕਹਿ ਰਿਹਾ ਹੈ ਕਿ ਉਹਨਾਂ ਦਾ ਰਾਸ਼ਟਰਪਤੀ ਕਾਰਜਕਾਲ, ਜੋ ਕਿ 5 ਸਾਲਾਂ ਦੀ ਮਿਆਦ ਸੀ, ਇਸ 5 ਸਾਲਾਂ ਦੌਰਾਨ ਉਹਨਾਂ ਨੇ ਇਹ ਸੋਚ ਕੇ ਰੱਖਿਆ ਹੋਇਆ ਸੀ, ਇਹ ਟੀਚਾ ਮਿੱਥਿਆ ਹੋਇਆ ਸੀ ਕਿ ਉਹ ਭਾਰਤ ਦੇ 5 ਲੱਖ ਨੌਜਵਾਨਾਂ ਨਾਲ ਵਿਅਕਤੀਗਤ ਤੌਰ 'ਤੇ ਇੰਡੀਵਿਜੂਅਲੀ ਇਕੱਲੇ ਨਾਲ ਮੀਟਿੰਗਾਂ ਕਰਨਗੇ ਤੇ ਉਹਨਾਂ ਨੂੰ ਦੇਸ਼ ਦੀ ਤਰੱਕੀ ਦੇ ਲਈ ਪ੍ਰੋਤਸਾਹਿਤ ਕਰਨਗੇ। ਸੋ ਜਿਸ ਦੇ ਸਿੱਟੇ ਵਜੋਂ ਡਾਕਟਰ APJ ਅਬਦੁਲ ਕਲਾਮ ਨੂੰ ਪੀਪਲਜ਼ ਪ੍ਰੈਜ਼ੀਡੈਂਟ ਕਰਾਰ ਦਿੱਤਾ ਗਿਆ। ਉਹਨਾਂ ਨੂੰ ਲੋਕਾਂ ਦਾ ਰਾਸ਼ਟਰਪਤੀ ਕਹਿ ਕੇ ਯਾਦ ਕੀਤਾ ਜਾਣ ਲੱਗਾ। ਰਾਸ਼ਟਰਪਤੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਡਾਕਟਰ ਕਲਾਮ ਫਿਰ ਕਈ ਵਿਦਿਅਕ ਸੰਸਥਾਵਾਂ ਦੇ ਵਿੱਚ ਐਜ਼ ਆ ਪ੍ਰੋਫੈਸਰ ਜਿਹੜਾ ਸੀ ਉਹ ਪੜ੍ਹਾਉਣ ਚਲੇ ਗਏ। ਉੱਥੇ ਉਹ ਸਮੱਸਿਆਵਾਂ ਦਾ ਸੁਝਾਅ ਨਹੀਂ ਸੀ ਦਿੰਦੇ, ਸਗੋਂ ਉਸ ਸਮੱਸਿਆ ਨੂੰ ਹੱਲ ਕਰਕੇ ਦਿਖਾਉਂਦੇ ਹੁੰਦੇ ਸਨ। ਇਸ ਲਈ ਉਹਨਾਂ ਦੀ ਸ਼ਖਸੀਅਤ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਉਹ ਦੇਸ਼ ਦੇ ਪ੍ਰਤੀ ਬਹੁਤ ਹੀ ਵਫਾਦਾਰ, ਹਮੇਸ਼ਾ ਹੀ ਫਿਕਰਮੰਦ ਸਨ। ਮਈ 2012 ਵਿੱਚ ਡਾਕਟਰ ਅਬਦੁਲ ਕਲਾਮ ਨੇ ਦੇਸ਼ ਦੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਮਕਸਦ ਦੇ ਨਾਲ ਭਾਰਤ ਦੇ ਨੌਜਵਾਨਾਂ ਲਈ ਇੱਕ ਲਹਿਰ ਚਲਾਈ, ਜਿਸ ਦਾ ਨਾਮ ਸੀ ਵਟ ਕੈਨ ਆਈ ਗਿਵ ਮੂਵਮੈਂਟ। ਉਹਨਾਂ ਦਾ ਮੰਨਣਾ ਸੀ ਕਿ ਜੇਕਰ ਕਿਸੇ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਬਣਾਉਣਾ ਹੈ ਤਾਂ ਸਮਾਜ ਦੇ ਅੰਦਰ 3 ਪ੍ਰਮੁੱਖ ਮੈਂਬਰ ਜਿਹੜੇ ਆ ਉਹ ਹਿੱਸਾ ਪਾ ਸਕਦੇ ਸਨ। ਉਹ ਮੈਂਬਰ ਕੌਣ ਸਨ? ਪਿਤਾ, ਮਾਤਾ ਤੇ ਗੁਰੂ। ਗੁਰੂ ਅਧਿਆਪਕ, ਮਾਤਾ ਪਿਤਾ ਬੱਚੇ ਨੂੰ ਜਨਮ ਦਿੰਦੇ ਨੇ ਤੇ ਉਸ ਤੋਂ ਬਾਅਦ ਜਦੋਂ ਉਹ ਪੜ੍ਹਨ ਦੇ ਲਈ ਵਿਦਿਆਰਥੀ ਅਧਿਆਪਕ ਦੇ ਕੋਲ ਸਕੂਲ ਦੇ ਵਿੱਚ ਜਾਂਦਾ ਹੈ ਤੇ ਉਸ ਤੋਂ ਬਾਅਦ ਗੁਰੂ ਹੀ ਜਿਹੜਾ ਹੈ ਉਹਨੂੰ ਇੱਕ ਰਾਹ ਦਿਖਾਉਂਦਾ ਹੈ, ਜੋ ਕਿ ਤਰੱਕੀ ਦੇ ਰਸਤੇ 'ਤੇ ਚੱਲਣ ਲਈ ਸਹਾਇਤਾ ਕਰਦਾ ਹੈ। ਉਹਨਾਂ ਨੇ ਆਪਣੀ ਕਿਤਾਬ, ਜਿਸ ਦਾ ਨਾਮ ਸੀ ਇੰਡੀਆ 2000 ਵਿੱਚ ਭਾਰਤ ਨੂੰ ਨਾਲੇਜ ਸੁਪਰ ਪਾਵਰ ਬਣਾਉਣ ਦੀ ਕਾਰਜ ਯੋਜਨਾ ਵੀ ਦਿੱਤੀ।
ਉਹਨਾਂ ਨੇ ਭਾਰਤ ਨੂੰ ਪਰਮਾਣੂ ਹਥਿਆਰਾਂ ਦੇ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਉਣ ਲਈ ਔਰ ਭਾਰਤ ਨੂੰ ਮਹਾਸ਼ਕਤੀ ਲਈ ਦਿਖਾਉਣ ਦਾ ਇੱਕ ਰਾਹ ਕਰਾਰ ਦਿੱਤਾ ਕਿ ਇਸ ਖੇਤਰ ਦੇ ਵਿੱਚ ਭਾਰਤ ਜਿਹੜਾ ਬਹੁਤ ਤਰੱਕੀ ਕਰ ਸਕਦਾ ਹੈ। ਅਤੇ ਨਾਲ ਦੀ ਨਾਲ ਉਹ 5 ਖੇਤਰ ਜਿਨ੍ਹਾਂ ਦੀ ਉਹਨਾਂ ਨੇ ਪਛਾਣ ਕੀਤੀ ਉਹ ਸਨ ਖੇਤੀਬਾੜੀ ਅਤੇ ਖੁਰਾਕੀ ਵਸਤਾਂ, ਸਿੱਖਿਆ ਅਤੇ ਸਿਹਤ, ਸੂਚਨਾ ਅਤੇ ਸੰਚਾਰ ਤਕਨੋਲੋਜੀ, ਦੇਸ਼ ਦੇ ਹਰ ਹਿੱਸੇ ਲਈ ਭਰੋਸੇਯੋਗ ਅਤੇ ਮਿਆਰੀ ਬਿਜਲੀ ਊਰਜਾ, ਸੜਕੀ ਆਵਾਜਾਈ ਦਾ ਬੁਨਿਆਦੀ ਢਾਂਚਾ ਅਤੇ ਅਹਿਮ ਤਕਨੋਲੋਜੀਆਂ ਵਿੱਚ ਸਵੈ ਨਿਰਭਰਤਾ। ਵਿਦਿਆਰਥੀਓ, ਇਹ 5 ਖੇਤਰ, ਇਸ ਦੇ ਉੱਪਰ ਤੁਹਾਨੂੰ 2 ਨੰਬਰ ਦਾ ਜਿਹੜਾ ਪ੍ਰਸ਼ਨ ਆ ਉਹ ਪੁੱਛਿਆ ਜਾ ਸਕਦਾ ਹੈ ਕਿ ਉਹ ਕਿਹੜੇ ਖੇਤਰ ਨੇ ਜਿਨ੍ਹਾਂ ਨੂੰ ਉਹਨਾਂ ਨੇ ਭਾਰਤ ਦੀ ਮਹਾਸ਼ਕਤੀ ਕਰਾਰ ਦਿੱਤਾ। ਸੋ ਇਹ ਤੁਸੀਂ 2 ਮਾਰਕਸ ਦੇ ਪੁਆਇੰਟ ਆਫ ਵਿਊ ਦੇ ਨਾਲ ਕੁਐਸਚਨ ਜਿਹੜਾ ਉਹ ਜ਼ਰੂਰ ਇੱਥੇ ਯਾਦ ਕਰਨਾ ਹੈ। ਡਾਕਟਰ ਕਲਾਮ ਨੇ ਕਿਹਾ ਕਿ ਇਹ ਸਾਰੇ ਖੇਤਰ ਇੱਕ ਦੂਜੇ ਦੇ ਨਾਲ ਸੰਬੰਧਿਤ ਨੇ। ਜੇਕਰ ਇਹ ਇਕੱਠੇ ਹੋ ਕੇ ਅੱਗੇ ਵਧਣਗੇ ਅਤੇ ਇਹਦੇ ਨਾਲ ਦੇਸ਼ ਦੇ ਅੰਦਰ ਖੁਰਾਕ, ਆਰਥਿਕਤਾ, ਰਾਸ਼ਟਰੀ ਸੁਰੱਖਿਆ ਵਧੇਗੀ ਅਤੇ ਉਹ ਦੇਸ਼ ਜਿਹੜਾ ਆ ਤਰੱਕੀ ਵੱਲ ਜਾਵੇਗਾ। ਡਾਕਟਰ ਕਲਾਮ ਦਾ ਮੰਨਣਾ ਸੀ ਕਿ ਕਿਸੇ ਵੀ ਤਰੱਕੀ ਦੇ ਲਈ ਸਾਫਟਵੇਅਰ ਦੀ ਵੱਡੀ ਪੱਧਰ ਉੱਤੇ ਵੱਧ ਤੋਂ ਵੱਧ ਵਰਤੋਂ ਕਰਨੀ ਲੋਕਾਂ ਲਈ ਫਾਇਦੇਮੰਦ ਹੋਵੇਗੀ। ਸੋ ਅਬਦੁਲ ਕਲਾਮ ਦੇਸ਼ ਦੇ ਲਈ ਬਹੁਤ ਹੀ ਫਿਕਰਮੰਦ ਰਹਿੰਦੇ ਸਨ। ਜਿਸ ਵੀ ਕਾਰਜ ਨੂੰ ਉਹਨਾਂ ਨੇ ਕੀਤਾ ਉਹਦੇ ਵਿੱਚ ਉਹਨਾਂ ਨੇ ਸਫਲਤਾ ਹਾਸਲ ਕੀਤੀ। ਅੱਗੋਂ ਲੇਖਕ ਉਹਨਾਂ ਦੇ ਸੁਭਾਅ ਦੇ ਬਾਰੇ ਗੱਲ ਕਰਦਾ ਹੋਇਆ ਕਹਿੰਦਾ ਹੈ ਕਿ ਅਬਦੁਲ ਕਲਾਮ ਤਿਆਗ ਦੀ ਮੂਰਤ ਸਨ। ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਵਿਆਹ ਨਾ ਕਰਵਾਇਆ ਅਤੇ ਸਾਰੀ ਉਮਰ ਦੇਸ਼ ਦੇ ਹੀ ਲੇਖੇ ਲਾ ਦਿੱਤੀ ਸੀ। ਉਹ ਸਾਦਗੀ ਦੇ ਵਿੱਚ ਰਹਿਣਾ ਪਸੰਦ ਕਰਦੇ ਸਨ। ਉਹ ਸਵੇਰੇ ਜਲਦੀ ਉੱਠਣ ਦੇ ਆਦੀ ਸਨ ਅਤੇ ਰਾਤ ਨੂੰ 2 ਵਜੇ ਤੱਕ ਆਪਣਾ ਕੰਮਕਾਰ ਜਿਹੜਾ ਸੀ ਉਹ ਕਰਦੇ ਰਹਿੰਦੇ ਸਨ। ਸਾਦਾ ਰਹਿਣ ਸਹਿਣ ਸੀ ਉਹਨਾਂ ਦਾ। ਘਰ ਦੇ ਵਿੱਚ ਕਦੇ ਵੀ TV ਨਹੀਂ ਸੀ ਰੱਖਿਆ ਅਤੇ ਇਹ ਕਿਹਾ ਜਾਂਦਾ ਹੈ ਕਿ ਮੌਤ ਸਮੇਂ ਉਹਨਾਂ ਦੀਆਂ ਕੁਝ ਮਨਪਸੰਦ ਨਿੱਜੀ ਵਸਤਾਂ ਜੋ ਉਹਨਾਂ ਦੇ ਘਰ ਤੋਂ ਪ੍ਰਾਪਤ ਹੋਈਆਂ, ਉਹਨਾਂ ਵਿੱਚ ਕੀ ਕੁਝ ਸ਼ਾਮਿਲ ਸੀ ਉਹ ਲੇਖਕ ਨੇ ਇੱਥੇ ਦੱਸੀਆਂ ਨੇ। ਕਿਤਾਬਾਂ, ਕੱਪੜੇ ਲੱਤੇ, ਵੀਣਾ ਇੱਕ ਲੋਕ ਸਾਜ਼ ਜਿਸ ਨੂੰ ਉਹ ਵਜਾਉਣਾ ਪਸੰਦ ਕਰਦੇ ਸਨ। ਸਿਤਾਰ ਵਰਗੀ ਇਹ ਲੋਕ ਸਾਜ਼ ਹੁੰਦਾ ਹੈ। CD ਪਲੇਅਰ ਅਤੇ ਲੈਪਟਾਪ, ਇਹੀ ਬਸ ਕੁਝ ਚੀਜ਼ਾਂ ਸਨ ਜੋ ਉਹਨਾਂ ਦੀ ਨਿੱਜੀ ਜਾਇਦਾਦ ਸਨ। ਸੰਨ 2011 ਦੇ ਵਿੱਚ ਉਹਨਾਂ ਦੇ ਜੀਵਨ ਦੇ ਉੱਪਰ ਇੱਕ ਫਿਲਮ ਬਣੀ ਜਿਸ ਦਾ ਨਾਮ ਸੀ I Am ਕਲਾਮ। ਇਸ ਫਿਲਮ ਦੇ ਰਾਹੀਂ ਡਾਕਟਰ APJ ਅਬਦੁਲ ਕਲਾਮ ਨੂੰ ਗਰੀਬਾਂ ਦਾ ਮਸੀਹਾ ਦਰਸਾਇਆ ਗਿਆ ਹੈ। ਮਸੀਹਾ ਕੋਈ ਪੀਰ ਪੈਗੰਬਰ ਜੋ ਕਿ ਗਰੀਬਾਂ ਲਈ ਮਦਦਗਾਰ ਬਣ ਕੇ ਆਉਂਦਾ ਹੈ। ਤਾਂ ਇਹ ਫਿਲਮ ਨੂੰ ਦੇਖ ਕੇ ਇੱਕ ਬੱਚਾ ਜਿਹੜਾ ਸੀ ਬਹੁਤ ਪ੍ਰਭਾਵਿਤ ਹੋਇਆ ਸੀ। ਕਿਹਾ ਜਾਂਦਾ ਹੈ ਕਿ ਰਾਜਸਥਾਨ ਦਾ ਇੱਕ ਛੋਟੂ ਨਾਂ ਦਾ ਲੜਕਾ ਸੀ ਜਿਸ ਨੇ ਆਪਣੇ ਇਸ਼ਟ ਦੇ ਸਨਮਾਨ ਵਿੱਚ ਆਪਣਾ ਨਾਂ ਹੀ ਬਦਲ ਕੇ ਕਲਾਮ ਰੱਖ ਲਿਆ ਸੀ। ਸੋ ਇਸ ਤੋਂ ਪਤਾ ਚੱਲਦਾ ਹੈ ਕਿ ਡਾਕਟਰ APJ ਅਬਦੁਲ ਕਲਾਮ ਕਿੰਨੇ ਲੋਕਾਂ ਦੇ ਵਿੱਚ, ਸਮਾਜ ਦੇ ਵਿੱਚ ਲੋਕਪ੍ਰਿਯ ਇਨਸਾਨ ਬਣ ਕੇ ਉੱਭਰੇ ਹਨ। ਧਰਮ ਦੇ ਬਾਰੇ ਲੇਖਕ ਦੱਸਦਾ ਹੈ ਕਿ ਉਹ ਬਹੁਤ ਹੀ ਉੱਚ ਵਿਚਾਰ ਰੱਖਦੇ ਸੀ। ਉਹਨਾਂ ਦਾ ਰੋਜ਼ਾਨਾ ਦਾ ਨੇਮ ਸੀ ਕਿ ਮੁਸਲਿਮ ਧਰਮ ਦੇ ਨਾਲ ਸੰਬੰਧਿਤ ਹੋਣ ਕਰਕੇ ਉਹ ਰੋਜ਼ ਨਮਾਜ਼ ਪੜ੍ਹਦੇ, ਰੋਜ਼ੇ ਰੱਖਦੇ ਅਤੇ ਧਾਰਮਿਕ ਵਿਸ਼ਵਾਸ ਵੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਸਨ। ਇਹ ਗੁਣ ਜਿਹੜੇ ਸੀ ਉਹਨਾਂ ਨੂੰ ਆਪਣੇ ਪਿਤਾ ਦੇ ਕੋਲੋਂ ਮਿਲੇ ਹੋਏ ਸਨ। ਪਿਤਾ ਵੀ ਜਿਹੜੇ ਉਹ ਆਪਣੇ ਇਸ ਪੁੱਤਰ ਦੀ ਅੰਤਰ ਧਰਮ ਵਿਸ਼ਵਾਸ ਅਤੇ ਪ੍ਰਵਚਨ ਵਾਲੇ ਗੁਣਾਂ ਤੋਂ ਜਿਹੜਾ ਸੀ ਬਹੁਤ ਪ੍ਰਭਾਵਿਤ ਸਨ। ਅਤੇ ਇਹ ਸਾਰੇ ਗੁਣ ਜਿਹੜੇ ਸੀ ਉਹਨੂੰ ਬਚਪਨ ਦੇ ਵਿੱਚੋਂ, ਘਰ ਦੇ ਵਿੱਚੋਂ ਇਹ ਗੁੜਤੀ ਇਹਦੀ ਮਿਲੀ ਹੋਈ ਸੀ। ਉਹਨਾਂ ਦਾ ਮੰਨਣਾ ਸੀ ਧਰਮ ਦੇ ਬਾਰੇ ਉਹ ਕੀ ਕਹਿੰਦੇ ਨੇ ਡਾਕਟਰ APJ ਅਬਦੁਲ ਕਲਾਮ ਕਿ ਧਰਮ ਜਿਹੜਾ ਆ ਉਹ ਮਹਾਨ ਲੋਕਾਂ ਲਈ ਤਾਂ ਦੋਸਤ ਬਣਾਉਣ ਦਾ ਇੱਕ ਸਾਧਨ ਬਣਦਾ ਹੈ, ਜਦ ਕਿ ਜਿਹੜੇ ਛੋਟੀ ਸੋਚ ਵਾਲੇ ਲੋਕ ਨੇ ਜੋ ਸਮਾਜ ਦੇ ਅੰਦਰ ਅਹਿੰਸਾ ਫੈਲਾਉਣ ਦਾ ਯਤਨ ਦੇ ਵਿੱਚ ਲੱਗੇ ਰਹਿੰਦੇ ਨੇ, ਉਹਨਾਂ ਲਈ ਧਰਮ ਇੱਕ ਲੜਾਈ ਦਾ ਸਾਧਨ ਹੈ। ਉਹਨਾਂ ਨੇ ਇਹ ਗੱਲ ਬੜੇ ਜ਼ੋਰ ਦੇ ਨਾਲ ਆਖੀ ਕਿ ਧਰਮ ਸਾਨੂੰ
ਦੂਜਿਆਂ ਨੂੰ ਮਾਰਨਾ ਨਹੀਂ ਸਿਖਾਉਂਦਾ। ਉਹ ਇਹ ਨਹੀਂ ਕਹਿੰਦਾ ਹੈ ਕਿ ਦੂਜਿਆਂ ਨੂੰ ਮਾਰ ਕੇ ਹੀ ਆਪਣੇ ਧਰਮ ਨੂੰ ਅਸੀਂ ਬਰਕਰਾਰ ਰੱਖ ਸਕਦੇ ਹਾਂ, ਸਗੋਂ ਦੂਸਰਿਆਂ ਧਰਮਾਂ ਦਾ ਵੀ ਓਨਾ ਹੀ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ ਜਿੰਨਾ ਅਸੀਂ ਆਪਣੇ ਧਰਮ ਦਾ ਕਰਦੇ ਹਾਂ। ਉਹ ਹਿੰਦੂ ਧਰਮ ਦੇ ਵਿੱਚ ਵੀ ਬੜਾ ਵਿਸ਼ਵਾਸ ਰੱਖਦੇ ਸਨ। ਹਿੰਦੂ ਧਰਮ ਦਾ ਪ੍ਰਸਿੱਧ ਗ੍ਰੰਥ ਗੀਤਾ, ਭਗਵਤ ਗੀਤਾ ਉਹਨਾਂ ਨੇ ਪੜ੍ਹੀ। ਇਸ ਦੇ ਲਈ ਉਹਨਾਂ ਨੇ ਪਹਿਲਾਂ ਸੰਸਕ੍ਰਿਤ ਭਾਸ਼ਾ ਸਿੱਖੀ, ਫਿਰ ਉਸ ਗ੍ਰੰਥ ਨੂੰ ਪੜ੍ਹਿਆ। ਉਹ ਸ਼ਾਕਾਹਾਰੀ ਸਨ ਅਤੇ ਉਹ ਸਵਾਮੀ ਨਾਰਾਇਣ ਸੰਪਰਦਾ ਦੇ ਗੁਰੂ ਪ੍ਰਮੁੱਖ ਸਵਾਮੀ ਨੂੰ ਆਪਣਾ ਆਖਰੀ ਧਾਰਮਿਕ ਗੁਰੂ ਮੰਨਦੇ ਸਨ। ਰਾਸ਼ਟਰਪਤੀ ਬਣਨ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਆਪਣੇ ਮੁੱਢਲੇ ਭਾਸ਼ਣਾਂ ਦੇ ਵਿੱਚ ਇਹ ਕਿਹਾ ਸੀ ਕਿ ਉਹ ਵਧੇਰੇ ਇਕਮੁੱਠ ਭਾਰਤ ਲਈ ਕੋਸ਼ਿਸ਼ਾਂ ਕਰਨੀਆਂ ਚਾਹੁੰਦੇ ਸਨ। ਭਾਵ ਡਾਕਟਰ ਅਬਦੁਲ ਕਲਾਮ ਇਹ ਹਮੇਸ਼ਾ ਹੀ ਚਾਹੁੰਦੇ ਰਹਿੰਦੇ ਸਨ ਕਿ ਭਾਰਤ ਜਿਹੜਾ ਆ ਉਹ ਹਮੇਸ਼ਾ ਇਕਮੁੱਠ ਹੋ ਕੇ ਹੀ ਰਹੇ, ਭਾਵ ਵਿਖਰੇ ਨਾ। ਸੋ ਜੇਕਰ ਉਹਨਾਂ ਦੀ ਵਿਗਿਆਨਿਕ ਸੋਚ ਔਰ ਵਿਕਾਸ ਤਰੱਕੀ ਵਾਲੀ ਸੋਚ ਦੀ ਗੱਲ ਕਰੀਏ ਤਾਂ ਇਹਦੇ ਬਾਰੇ ਵੀ ਲੇਖਕ ਜਿਹੜਾ ਆ ਉਹਨਾਂ ਦੇ ਵਿਚਾਰ ਸਪਸ਼ਟ ਕਰਦਾ ਹੋਇਆ ਇਸ ਪਾਠ ਦੇ ਜ਼ਰੀਏ ਕਹਿੰਦਾ ਹੈ ਕਿ ਦਹਿਸ਼ਤਵਾਦ, ਅੰਦਰੂਨੀ ਵਿਵਾਦ ਅਤੇ ਬੇਰੁਜ਼ਗਾਰੀ, ਇਹਨਾਂ 3 ਚੀਜ਼ਾਂ ਨੂੰ ਡਾਕਟਰ APJ ਅਬਦੁਲ ਕਲਾਮ ਮੁੱਖ ਚੁਣੌਤੀਆਂ ਮੰਨਦੇ ਸਨ ਜੋ ਕਿ ਵਿਕਾਸ ਦੇ ਰਾਹ ਦੇ ਵਿੱਚ ਰੋੜਾ ਬਣਦੀਆਂ ਨੇ। ਉਹਨਾਂ ਨੇ ਗਰੀਬਾਂ ਨੂੰ ਸਿਹਤਮੰਦ ਬਣਾਉਣ ਅਤੇ ਪੜ੍ਹਾਉਣ ਦੀ ਵਕਾਲਤ ਕੀਤੀ। ਉਹਨਾਂ ਦਾ ਮੰਨਣਾ ਸੀ ਕਿ ਰੋਗ ਮੁਕਤੀ, ਉਤਪਾਦਨ ਅਤੇ ਸੁਰੱਖਿਆ ਦੇਸ਼ ਨੂੰ ਅੱਗੇ ਲਿਜਾਣ ਦੇ ਵਿੱਚ ਸਹਾਈ ਹੋ ਸਕਦੇ ਹਨ। ਭਾਵ ਤੰਦਰੁਸਤ ਵਿਅਕਤੀ ਦੇ ਅੰਦਰ ਹੀ ਤੰਦਰੁਸਤ ਦਿਮਾਗ ਦਾ ਵਾਸ ਹੁੰਦਾ ਹੈ ਜੋ ਕਿ ਚੰਗੀ ਤਰ੍ਹਾਂ ਦੇ ਨਾਲ ਆਤੰਕਵਾਦ ਤੋਂ ਦੇਸ਼ ਨੂੰ ਸੁਰੱਖਿਅਤ ਰੱਖ ਸਕਦਾ ਹੈ ਅਤੇ ਨਾਲ ਦੀ ਨਾਲ ਤੰਦਰੁਸਤ ਵਿਅਕਤੀ ਜਿਹੜਾ ਆ ਉਹ ਉਤਪਾਦਨ ਦੇ ਖੇਤਰ ਦੇ ਵਿੱਚ ਵੀ ਮਿਹਨਤ ਕਰਕੇ ਆਪਣਾ ਵਧੀਆ ਜਿਹੜਾ ਯੋਗਦਾਨ ਉਹ ਪਾ ਸਕਦਾ ਹੈ। ਸੋ ਇਸ ਤਰ੍ਹਾਂ ਡਾਕਟਰ ਅਬਦੁਲ ਕਲਾਮ ਦੀ ਸੋਚ ਜਿਹੜੀ ਸੀ ਬਹੁਤ ਹੀ ਉਸਾਰੂ ਸੋਚ ਸੀ। ਸਰਵ ਧਰਮ ਵਾਲੀ ਸੋਚ ਨੂੰ ਉਹਨਾਂ ਨੇ ਦੇਸ਼ ਦੀ ਤਰੱਕੀ ਦਾ ਰਾਹ ਦੱਸਿਆ ਸੀ। ਭਾਵ ਹਰ ਧਰਮ ਦੇ ਵਿੱਚ ਓਨੀ ਹੀ ਪਰਪੱਕਤਾ ਹੁੰਦੀ ਹੈ, ਓਨੇ ਹੀ ਸਾਨੂੰ ਉਹ ਚੰਗੇ ਰਾਹਾਂ 'ਤੇ ਤੁਰਨ ਦੀ ਸਿੱਖਿਆ ਦਿੰਦੇ ਹਨ ਜਿੰਨਾ ਕਿ ਸਾਨੂੰ ਆਪਣਾ ਧਰਮ ਦਿੰਦਾ ਹੈ। ਆਪਣੀ ਸਖਤ ਮਿਹਨਤ ਦੇ ਨਾਲ ਡਾਕਟਰ ਕਲਾਮ ਨੇ ਨੇਕ ਵਿਚਾਰਾਂ ਦਾ ਨਿਰਮਾਣ ਕੀਤਾ। ਉਹਨਾਂ ਦੀ ਜੀਵਨੀ ਤੋਂ ਪੜ੍ਹ ਕੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਉਹਨਾਂ ਦੇ ਅੰਦਰ ਹਰ ਵੇਲੇ ਉਸਾਰੂ ਅਤੇ ਨੇਕ ਵਿਚਾਰ ਜਿਹੜੇ ਉਹ ਚੱਲਦੇ ਰਹਿੰਦੇ ਸਨ। ਇੱਕ ਬਹੁਤ ਹੀ ਵਧੀਆ ਜਿਹੜੀ ਗੱਲ ਹੈ ਲੇਖਕ ਇੱਥੇ ਸਾਂਝੀ ਕਰਦਾ ਆ, ਉਹ ਕਿਹਾ ਕਰਦੇ ਸਨ ਕਿ ਸੁਪਨੇ ਉਹ ਨਹੀਂ ਹੁੰਦੇ ਜੋ ਤੁਸੀਂ ਨੀਂਦ ਵਿੱਚ ਵੇਖਦੇ ਹੋ, ਬਲਕਿ ਸੁਪਨੇ ਉਹ ਹੁੰਦੇ ਹਨ ਜੋ ਤੁਹਾਨੂੰ ਸੌਣ ਨਹੀਂ ਦਿੰਦੇ। ਅਖੀਰ 27 ਜੁਲਾਈ 2015 ਨੂੰ ਡਾਕਟਰ ਕਲਾਮ, ਉਸ ਵੇਲੇ 83 ਵਰ੍ਹਿਆਂ ਦੀ ਉਹਨਾਂ ਦੀ ਉਮਰ ਸੀ, ਦੁਨੀਆ ਨੂੰ ਅਲਵਿਦਾ ਆਖ ਗਏ। ਉਹ ਇੰਸਟੀਟਿਊਸ਼ਨ ਆਫ ਮੈਨੇਜਮੈਂਟ ਵਿੱਚ ਕਹਿੰਦੇ ਉਸ ਸਮੇਂ ਭਾਸ਼ਣ ਦੇ ਰਹੇ ਸਨ ਜਿੱਥੇ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਹਨਾਂ ਦਾ ਦੇਹਾਂਤ ਹੋ ਗਿਆ। 30 ਜੁਲਾਈ 2015 ਨੂੰ ਉਹਨਾਂ ਦੇ ਆਪਣੇ ਸੂਬੇ ਵਿੱਚ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਉਹਨਾਂ ਦੇ ਮੌਤ ਤੋਂ ਬਾਅਦ ਤਾਮਿਲਨਾਡੂ ਸਰਕਾਰ ਨੇ ਵਿਗਿਆਨੀਆਂ ਅਤੇ ਮਾਨਵੀ ਵਿਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਲੋਕਾਂ ਲਈ ਡਾਕਟਰ APJ ਅਬਦੁਲ ਕਲਾਮ ਅਵਾਰਡ ਨਾਂ ਦੀ ਇੱਕ ਇਨਾਮ ਦੀ ਸ਼ੁਰੂਆਤ ਕੀਤੀ ਅਤੇ ਉਹਨਾਂ ਦੇ ਜਨਮ ਦਿਨ ਜਾਣੀ ਕਿ 15 ਅਕਤੂਬਰ ਨੂੰ ਨੌਜਵਾਨ ਪੁਨਰ ਜਾਗਰਣ ਦਿਵਸ ਵਜੋਂ ਮਨਾਉਣ ਦਾ ਐਲਾਨ ਵੀ ਕੀਤਾ ਗਿਆ। ਠੀਕ ਹੈ ਜੀ, ਕਿਉਂਕਿ ਡਾਕਟਰ APJ ਅਬਦੁਲ ਕਲਾਮ ਨੌਜਵਾਨਾਂ ਨੂੰ ਦੇਸ਼ ਦਾ ਭਵਿੱਖ ਦੱਸਦੇ ਸਨ। ਨੌਜਵਾਨਾਂ ਨੂੰ ਸੁਧਾਰਨ ਦੇ ਲਈ ਉਹਨਾਂ ਨੇ ਬਹੁਤ ਸਾਰੀਆਂ ਲਹਿਰਾਂ ਦੀ ਸ਼ੁਰੂਆਤ ਕੀਤੀ ਅਤੇ ਇਸੇ ਹੀ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਉਹਨਾਂ ਦੇ ਜਨਮ ਦਿਵਸ ਭਾਵ 15 ਅਕਤੂਬਰ ਨੂੰ ਨੌਜਵਾਨਾਂ ਦੇ ਲਈ ਮਨਾਉਣ ਦੇ ਲਈ ਇਹ ਐਲਾਨ ਕੀਤਾ ਗਿਆ ਕਿ ਉਸ ਦਿਨ ਨੂੰ ਨੌਜਵਾਨ ਪੁਨਰ ਜਾਗਰਣ ਦਿਵਸ ਜਿਹੜਾ ਉਹ ਮਨਾਇਆ ਜਾਵੇਗਾ। ਡਾਕਟਰ ਅਬਦੁਲ ਕਲਾਮ ਦੇ ਕਾਰਜ ਖੇਤਰਾਂ ਨੂੰ ਦੇਖਦਿਆਂ ਹੋਇਆਂ ਦੇਸ਼ ਦੀਆਂ ਪ੍ਰਸਿੱਧ 40 ਯੂਨੀਵਰਸਿਟੀਆਂ ਨੇ ਡਾਕਟਰੇਟ ਦੀ ਆਨਰੇਰੀ ਡਿਗਰੀ ਨਾਲ ਉਹਨਾਂ ਨੂੰ ਨਿਵਾਜਿਆ। ਸਰਕਾਰੀ ਰੱਖਿਆ ਤਕਨਾਲੋਜੀ ਦੇ ਨਵੀਨੀਕਰਨ ਦੇ ਲਈ
ਉਹਨਾਂ ਨੂੰ ਭਾਰਤ ਦੇ ਸਰਵ ਉੱਚ ਸਿਵਲ ਇਨਾਮਾਂ ਜਿਨ੍ਹਾਂ ਦੇ ਵਿੱਚ ਪਦਮ ਭੂਸ਼ਣ ਜੋ ਕਿ ਉਹਨਾਂ ਨੂੰ 1981 ਦੇ ਵਿੱਚ ਮਿਲਿਆ, ਪਦਮ ਵਿਭੂਸ਼ਣ 1990 ਦੇ ਵਿੱਚ ਭਾਰਤ ਸਰਕਾਰ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਅਤੇ ਭਾਰਤ ਰਤਨ 1997 ਦੇ ਵਿੱਚ ਉਹਨਾਂ ਨੂੰ ਦਿੱਤਾ ਗਿਆ। ਉਹਨਾਂ ਨੇ ਆਪਣੀ ਸਵੈ ਜੀਵਨੀ ਲਿਖੀ ਜਿਸ ਦਾ ਨਾਮ ਸੀ ਵਿੰਗਸ ਆਫ ਫਾਇਰ, ਅਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਦੀ ਰਚਨਾ ਕੀਤੀ। ਲੇਖਕ ਇਹ ਜਾਣਕਾਰੀ ਦਿੰਦਾ ਹੋਇਆ ਇੱਥੇ ਹੀ ਉਹਨਾਂ ਦੇ ਜੀਵਨ ਦੀ ਇੱਕ ਮਹਾਨ ਦੇਣ ਨੂੰ ਦਰਸਾਉਂਦਾ ਹੋਇਆ ਦੱਸਦਾ ਹੈ ਕਿ ਕਿਹਾ ਜਾਂਦਾ ਹੈ ਦੱਖਣੀ ਕੋਰੀਆ ਦੇ ਵਿੱਚ ਉਹਨਾਂ ਦੀਆਂ ਲਿਖੀਆਂ ਕਿਤਾਬਾਂ ਦੇ ਅਨੁਵਾਦ ਪੜ੍ਹਨ ਦੀ ਵੱਡੀ ਮੰਗ ਰਹੀ ਹੈ। ਕਲਾਮ ਦੇ ਨਾਮ ਉੱਪਰ ਦੇਸ਼ ਦੇ ਵਿੱਚ ਕਈ ਸੰਸਥਾਵਾਂ ਸਥਾਪਿਤ ਕੀਤੀਆਂ ਗਈਆਂ ਹਨ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਡਾਕਟਰ APJ ਅਬਦੁਲ ਕਲਾਮ ਬਿਨਾਂ ਕਿਸੇ ਸ਼ੱਕ ਤੋਂ ਸਾਡੇ ਦੇਸ਼ ਦੇ ਹਰ ਵਾਸੀ ਦੇ ਪ੍ਰੇਰਣਾ ਸਰੋਤ ਹਨ। ਉਹਨਾਂ ਦੇ ਅੰਦਰ ਦੇਸ਼ ਦੇ ਲਈ ਤਰੱਕੀ ਦਾ ਜਜ਼ਬਾ, ਇਮਾਨਦਾਰੀ ਦਾ ਜਜ਼ਬਾ ਜਿਹੜਾ ਸੀ ਉਹ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਸੋ ਅਜਿਹੇ ਮਹਾਨ ਸ਼ਖਸੀਅਤਾਂ ਦੀਆਂ ਜੀਵਨੀਆਂ ਨੂੰ ਪੜ੍ਹ ਕੇ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਵੀ ਆਪਣੀ ਜ਼ਿੰਦਗੀ ਦਾ ਕੁਝ ਕੀਮਤੀ ਹਿੱਸਾ ਜਿਹੜਾ ਆ ਉਹ ਆਪਣੇ ਦੇਸ਼ ਦੇ ਲਈ ਜ਼ਰੂਰ ਕੱਢਣਾ ਚਾਹੀਦਾ ਹੈ। ਧੰਨਵਾਦ।